कि तू पतरस है और मैं इस पत्थर पर अपनी कलीसिया बनाऊंगा और अंधलोक के फाटक उस पर प्रबल ना होंगे। ਸੋ ਅਸੀਂ ਪਿਛਲੇ 2 ਹਫ਼ਤਿਆਂ ਤੋਂ ਇਹ ਦੇਖਦੇ ਆ ਰਹੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਆਖਿਆ ਕਿ ਮੈਂ ਇਸ ਪੱਥਰ ਤੇ, ਆਪਣੀ ਗੱਲ ਕਰ ਰਹੇ ਨਾ, ਪਤਰਸ ਦੇ ਉੱਤੇ ਨਹੀਂ। ਜਿਵੇਂ ਕਿ ਬਹੁਤ ਸਾਰੀ ਸੰਸਥਾ, ਬਹੁਤ ਸਾਰੇ ਸਿੱਖਿਆ ਵਾਲੇ ਲੋਕ ਇਹ ਦੱਸਦੇ ਨੇ ਕਿ ਪ੍ਰਭੂ ਯਿਸੂ ਮਸੀਹ ਨੇ ਪਤਰਸ ਦੇ ਉੱਤੇ ਕੀ ਬਣਾਇਆ, ਆਪਣਾ ਚਰਚ ਬਣਾਇਆ। ਨਹੀਂ, ਉਹ ਗਲਤ ਸਿੱਖਿਆ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਆਖਿਆ ਕਿ ਮੈਂ ਆਪਣੀ ਕਲੀਸਿਆ ਆਪਣੇ ਉੱਪਰ, ਯਿਸੂ ਮਸੀਹ ਨੇ, ਕਿਉਂਕਿ ਕੋਨੇ ਦੇ ਸਿਰੇ ਦਾ ਪੱਥਰ ਆਖਿਆ ਗਿਆ ਸੀ, ਇਸ ਕਰਕੇ ਸੋ ਯਿਸੂ ਮਸੀਹ ਨੇ ਆਪਣੀ ਕਲੀਸਿਆ ਕਿਹਦੇ ਤੇ ਬਣਾਈ ਹੈ? ਆਪਣੇ ਉੱਪਰ। ਸੋ ਅਸੀਂ ਉਹਦੇ ਪਿਛਲੇ 2 ਹਫ਼ਤਿਆਂ ਤੋਂ ਉਹਦੇ ਬਾਰੇ ਵਿਚਾਰ ਕਰ ਰਹੇ ਸੀ। ਅੱਜ ਕਲੀਸਿਆ ਦੇ ਵਿਸ਼ੇ ਵਿੱਚ ਅੱਗੇ ਵਧਦੇ ਹੋਏ ਅਸੀਂ ਕੁਝ ਹੋਰ ਵੀ ਸਿੱਖਾਂਗੇ। ਪੁਰਾਣੇ ਨਿਯਮ ਦੇ ਵਿੱਚ ਕਲੀਸਿਆ ਸ਼ਬਦ ਤੁਹਾਨੂੰ ਨਹੀਂ ਮਿਲੇਗਾ, ਇਹ ਨਵੇਂ ਨਿਯਮ ਦਾ ਸ਼ਬਦ ਹੈ। ਕਲੀਸਿਆ ਜੋ ਹੈ ਇਹ ਨਵੇਂ ਨਿਯਮ ਦਾ ਸ਼ਬਦ ਹੈ ਔਰ ਮੱਤੀ 16:18 ਦੇ ਵਿੱਚ ਇਹ ਪਹਿਲੀ ਵਾਰ ਇਸਤੇਮਾਲ ਹੁੰਦਾ ਹੈ। ਲੇਕਿਨ ਪੁਰਾਣੇ ਨਿਯਮ ਦੇ ਵਿੱਚ 1-2 ਆਇਤ ਅਸੀਂ ਪੜਾਂਗੇ। ਨਿਰਗਮਨ ਦੀ ਪੁਸਤਕ, ਕੂਚ ਦੀ ਕਿਤਾਬ 25 ਅਧਿਆਏ 8 ਵਚਨ, ਉਹਦੇ ਵਿੱਚ ਤੁਹਾਨੂੰ ਮਿਲੇਗਾ ਪਰਮੇਸ਼ਵਰ ਦਾ ਭਵਨ। ਪੁਰਾਣੇ ਨਿਯਮ ਦੇ ਵਿੱਚ ਉਪਯੋਗ ਹੋਣ ਵਾਲਾ ਕਲੀਸਿਆ ਜਾਂ ਇਸਰਾਇਲ ਦੇ ਵਾਸਤੇ ਜਿਹੜਾ ਸ਼ਬਦ ਸੀਗਾ ਪਰਮੇਸ਼ਵਰ ਦਾ ਭਵਨ, ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ। ਕੂਚ ਦੀ ਕਿਤਾਬ ਉਹਦਾ 25 ਅਧਿਆਏ 8 ਵਚਨ ਅਸੀਂ ਪੜ੍ਹੀਏ। जल्दी कोई कट के पढ़े। और वे मेरे लिए एक पवित्र स्थान बनाए कि मैं उनके बीच में निवास करूं। हाँ, एक पवित्र स्थान, एक पवित्र स्थान परमेश्वर दा भवन नूं आख्या गया और उत्थे एक विशेष गल की आ गई कि परमेश्वर उन्हां दे विचकार की करे, रवे। ये पुराने नियम की गल है। एक आयत और पढ़ना, दूसरा इतिहास 5 अध्याय 11 वचन, दूजा इतिहास 5 बाप ਉਹਦਾ 11 वचन, दूसरा इतिहास 5 उसका 11। इस तरह होया कि जाजक पवित्र स्थान तो बाहर निकले, उन्हां सारे जाजकां ने जो हाਜ਼ਰ ਸਨ ਆਪਣੇ ਆਪ ਨੂੰ ਪਵਿੱਤਰ ਕੀਤਾ ਹੋਇਆ ਸੀ ਅਤੇ ਉਹਨਾਂ ਨੂੰ ਵਾਰੀ ਸਿਰ ਸੇਵਾ ਕਰਨ ਦੀ ਲੋੜ ਨਹੀਂ ਸੀ। ਠੀਕ ਹੈ, ਇੱਥੇ ਵੀ ਇੱਕ ਸ਼ਬਦ ਆਇਆ, ਕਿਹੜਾ ਆ ਗਿਆ? ਪਵਿੱਤਰ ਸਥਾਨ। ਸੋ ਪੁਰਾਣੇ ਨਿਯਮ ਦੇ ਵਿੱਚ ਜਿਹੜੇ ਸ਼ਬਦ ਪਰਮੇਸ਼ਵਰ ਦੇ ਤੰਬੂ ਦੇ ਲਈ, ਪਰਮੇਸ਼ਵਰ ਦੇ ਮੰਦਿਰ ਦੇ ਲਈ ਇਸਤੇਮਾਲ ਹੋਏ ਨੇ, ਉਹ ਸਾਰੇ ਸ਼ਬਦ ਹੀ ਇਸ ਗੱਲ ਨੂੰ ਦੱਸਦੇ ਆ ਜਿੱਥੇ ਪਰਮੇਸ਼ਵਰ ਦੀ ਹਜ਼ੂਰੀ ਹੋਵੇ ਉਹ ਪਰਮੇਸ਼ਵਰ ਦਾ ਸਥਾਨ ਹੈ। ਉਹ ਪੁਰਾਣੇ ਨਿਯਮ ਦੇ ਵਿੱਚ ਅਸੀਂ ਪੜ੍ਹਦੇ ਹਾਂ। ਲੇਕਿਨ ਨਵੇਂ ਨਿਯਮ 'ਚ ਜਦੋਂ ਹੀ ਅਸੀਂ ਆ ਜਾਂਦੇ ਹਾਂ ਤੇ ਇਸ ਨੂੰ ਇੱਕ ਨਵਾਂ ਨਾਮ ਦਿੱਤਾ ਗਿਆ, ਉਹ ਕੀ ਹੈ? ਕਲੀਸਿਆ ਜਾਂ ਪਰਮੇਸ਼ਵਰ ਦਾ ਭਵਨ। ਅੱਜ ਪਰਮੇਸ਼ਵਰ ਦਾ ਭਵਨ ਕੌਣ ਹੈ? ਪਿਛਲੇ ਦਿਨਾਂ 'ਚ ਮੈਂ ਦੱਸਿਆ ਕੌਣ ਹੈ। ਅੱਜ ਅਸੀਂ ਲੋਕ ਹਾਂ। ਤਾਂ ਅੱਜ ਪਰਮੇਸ਼ਵਰ ਦੀ ਹਜ਼ੂਰੀ ਕਿੱਥੇ ਹੈ? ਪ੍ਰਭੂ ਨੇ ਵਾਅਦਾ ਕੀਤਾ ਮਤੀ ਦੀ ਇੰਜੀਲ ਵਿੱਚ, ਜਿੱਥੇ 2 ਜਾਂ 3 ਇਕੱਠੇ ਹੁੰਦੇ ਉਹਨਾਂ ਦੇ ਵਿਚਕਾਰ ਮੈਂ। ਸੋ ਪ੍ਰਭੂ ਦੇ ਨਾਮ 'ਚ ਅੱਜ ਜਿੱਥੇ 2 ਜਾਂ 3 ਜਣੇ ਇਕੱਠੇ ਨੇ ਉੱਥੇ ਕਲੀਸਿਆ ਕੀ ਹੋ ਜਾਂਦੀ ਹੈ? ਇਕੱਠੀ ਹੈ। ਉਸ ਨੂੰ ਕਲੀਸਿਆ ਦਾ ਨਾਮ ਦਿੱਤਾ ਜਾਂਦਾ ਹੈ। ਸੋ ਪਰਮੇਸ਼ਵਰ ਦਾ ਜਿਹੜਾ ਭਵਨ ਹੈ, ਪਰਮੇਸ਼ਵਰ ਦੀ ਜਿਹੜੀ ਕਲੀਸਿਆ ਹੈ, ਜਿਵੇਂ ਪੁਰਾਣੇ ਨਿਯਮ ਦੇ ਵਿੱਚ ਪਰਮੇਸ਼ਵਰ ਦੇ ਮਿਲਾਪ ਵਾਲੇ ਤੰਬੂ ਵਿੱਚ ਪਰਮੇਸ਼ਵਰ ਦਾ ਨਿਰਦੇਸ਼ ਚੱਲਦਾ ਸੀ। ਦਾਊਦ ਦੇ ਸਮੇਂ ਵਿੱਚ ਜਦੋਂ ਸੁਲੇਮਾਨ ਨੇ, ਉਹਦੇ ਪੁੱਤ ਨੇ ਜਦੋਂ ਮੰਦਿਰ ਬਣਾਇਆ, ਉਸ ਮੰਦਿਰ ਦੇ ਵਿੱਚ ਵੀ ਪਰਮੇਸ਼ਵਰ ਦੇ ਨਿਯਮ ਦੇ ਆਧਾਰ ਦੇ ਉੱਤੇ ਆਰਾਧਨਾ ਹੁੰਦੀ ਸੀ। ਇਸੇ ਤਰ੍ਹਾਂ ਜਦੋਂ ਨਵੇਂ ਨਿਯਮ ਦੇ ਵਿੱਚ ਆ ਕੇ ਕਲੀਸਿਆ ਹੈ ਨਾ, ਤਾਂ ਕਲੀਸਿਆ ਵੀ ਕਿਹਦੇ ਆਧਾਰ ਤੇ ਚੱਲੇਗੀ? ਫਿਰ ਕਿਸ ਦੇ ਆਧਾਰ ਤੇ ਚੱਲੇਗੀ? ਸਾਡੇ ਤੌਰ ਤਰੀਕੇ ਨਾਲ। ਕਿਸ ਦੇ ਤੌਰ ਤਰੀਕੇ ਨਾਲ? ਜੋ ਪਰਮੇਸ਼ਵਰ ਦਾ ਵਚਨ ਦੱਸਦਾ ਉਸੇ ਤਰੀਕੇ ਨਾਲ ਪਰਮੇਸ਼ਵਰ ਦੀ ਕੀ ਚੱਲੇਗੀ? ਫਿਰ ਕਲੀਸਿਆ ਚੱਲੇਗੀ। ਸੋ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਕਲੀਸਿਆ ਦੇ ਵਿੱਚ ਸਾਰਾ ਅਧਿਕਾਰ ਪ੍ਰਾਪਤ ਹੈ। ਸੋ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਆਇਤ ਪੜਾਂਗੇ ਇਸ ਨੂੰ ਸਮਝਣ ਦੇ ਲਈ। 1 ਤਿਮੋਥੀਉਸ 3 ਅਧਿਆਏ 15 ਵਚਨ। 1 ਤਿਮੋਥੀਉਸ 3 ਅਧਿਆਏ ਉਹਦਾ 15 ਵਚਨ ਅਸੀਂ ਪੜਾਂਗੇ। ਕੋਈ ਵੀ ਕੱਢ ਕੇ ਪੜ੍ਹੇ ਜਲਦੀ। ਤਿਮੋਥੀਉਸ ਦੀ ਪਹਿਲੀ ਪੱਤਰੀ 3 ਅਧਿਆਏ 15 वचन। यदि मेरे आने में देर हो तो जान ले कि परमेश्वर के घराने में जो जीवित परमेश्वर की कलीसिया है, जो सत्य का खंभा और नींव कैसे बर्ताव करना चाहिए। ठीक है। सो ਇਹਦੇ ਚ ਅਸੀਂ ਪੜਿਆ ਕਿ ਇੱਕ ਸ਼ਬਦ ਆਇਆ ਨਾ, ਕਿਹੜਾ ਸ਼ਬਦ ਆਇਆ ਉੱਥੇ? ਉਹ ਨੋਟ ਕਰਕੇ ਦੱਸੋ ਮੈਨੂੰ, ਕਿਹੜਾ ਸ਼ਬਦ ਆਇਆ? 2 शब्द दोबारा पढ़ो, वो सारे दिन दोबारा पढ़ो तो ਤੁਹਾਨੂੰ पता लगेगा की शब्द आया। कि यदि मेरे आने में देर हो, हाँ जी, तो तू जान ले कि परमेश्वर के घराने में, परमेश्वर के घराने में, ठीक है, आगे पढ़ो। हाँ, परमेश्वर की कलीसिया है,
परमेश्वर के घराने में जो परमेश्वर की जीवित कलीसिया है, मरी हुई नहीं, केड़ी कलीसिया? हाँ, जीवित कलीसिया है जो सत्य का खंबा। ये जड़ा देखो, एक घर दे विच दो चीज़ां बड़ी जरूरी ने, एक केड़ी है? न्यो, और दूसरा की है? पिलर। एक घर दे विच दो चीज़ां बहुत जरूरी होंदियां, जे छत नूं ढकना है तुसीं तां रोकना है तां किहड़ियां चीज़ां ने? वो एक न्यो और दूसरा पिलर। अजकल घर बड़े आसानी समझण दे लई बड़ा आसान है। नींव तो हो गया प्रभु यीशु मसीह, है ना? प्रभु यीशु मसीह ने आख्या ना, इस पत्थर दे उत्ते मैं की बनाऊंगा? हाँ, पुराने नियम के हिसाब नाल और नवे नियम के हिसाब दे नाल प्रभु यीशु मसीह कोने दा सिरे दा पत्थर है, वड्डा पत्थर, ओहदे नाल रसूल और नबी ये छोटे पत्थर ने जिन्हां दे उत्ते कलीसिया बनी है, पहली सदी की कलीसिया स्थापित हुई है। सो ये नींह दे पत्थर ने कौन कौन? प्रभु यीशु मसीह कोने दा वड्डा सिरे दा पत्थर है जिहदे उत्तों नींह चालू हो गई, ओहदे नाल सपोर्ट करन दे लई, मदद करन दे लई रसूलां और नबियां दी इन्हां दी शिक्षा आ गई, वो न्यो हो गई, ओहदे उत्ते की बनी है? कलीसिया बनी हुई है। और इस कलीसिया दे विच जिहड़े पिलर है ना, हुण पिलर कौन है? ये परमेश्वर दा वचन है। की है? हाँ, परमेश्वर दा वचन वो पिलर है जिहड़ा कलीसिया नूं, पूरे मकान नूं की करदा है? सांभी रखदा है। कलीसिया एक भवन है ना, इस भवन नूं डकी रखण दे लई, सांभे रखण दे लई, मजबूत रखण दे लई न्यो प्रभु यीशु मसीह और परमेश्वर दा वचन की है? वो पिलर है जिहड़ा इस कलीसिया नूं की करदा है? संभाल के रखदा है। सो पहली सदी दी कलीसिया दी शुरुआत कदों हुई? जिहड़े पुराने विश्वासी वो दस सकदे ने? जिहड़ी पहली कलीसिया शुरू हुई सदी दी, वो कदों शुरू हुई? रसूलां दे करतब 2 अध्याय। कदों? रसूलां दे करतब 2 अध्याय। सो पूरा अध्याय पहले तो सानू पढ़ना चाहिए वैसे तो, लेकिन असीं सारा नहीं पढ़ांगे। ਉਹਦੇ ਵਿੱਚ कुछ आयतां मैं चाहना तुसीं पढ़ना। रसूलां दे करतब 2 अध्याय असीं कढीए, रसूलां दे करतब 2 अध्याय असीं कढ लीए, जल्दी कढ लीए। रसूलां दे करतब, प्रेरितों के काम हिंदी दे विच 2 अध्याय। एक तो पढ़ना शुरू करना, 2 दा 1 तो। जब पेंतिकुस्त का दिन आया, ठीक है, केड़ा दिन आया? पेंतेकोस्त का दिन आया। सो इसराइलियां दे विच कनान देश विच 7 त्योहार आंदे सी एक साल दे विच, उन्हां विचों ये करीब चौथा त्योहार है जिहड़ा असीं इहदी गल कर रहे हैं, पेंतेकोस्त। इहनूं सप्ताहां दा मतलब हफ्तियां दा त्योहार भी आख्या जाता है। सो ये जिहड़ा त्योहार यीशु मसीह ने जदों असीं दस्सिया, यीशु मसीह ने आख्या सी जदों मैं जावांगा फिर सहायक नूं भेजांगा। वो सहायक कौन है? मददगार कौन है? प्रभु दा आत्मा। 40 दिन बाद यीशु मसीह मुर्दियां विचों जी उठण तो बाद कित्थे चले गए? स्वर्ग चले गए। उसदे 10 दिन बाद जदों पेंतेकोस्त दा दिन आया, इसराइलियां दे हिसाब नाल सारे भगत इसराइली लोग, यहूदी लोग यरूशलेम दे विच उस त्योहार नूं मनाउण दे लई, उस यहोवा दे पर्व नूं मनाउण दे लई इकट्ठे होए सी। उस दिन प्रभु दे लोकां दे उत्ते, यानी यीशु मसीह दे जिहड़े चेले सी उन्हां दी गिनती रसूलां दे करतब 1 अध्याय विच 120 जने हैं। ये सब इकट्ठे सीगे। उत्थे पढ़िया ना, जब पेंतेकोस्त का दिन आया तो वे सब इकट्ठे थे, एक जगह इकट्ठे सी। और जदों एक थां इकट्ठे सी ना, उदों प्रभु दा आत्मा कित्थे उतरिया? स्थाई तौर ते हमेशा दे लई कलीसिया विच और विश्वासी लोकां विच रहण दे लई हमेशा दे लई आ गया। पहले एवें नहीं सी। पहले प्रभु दा आत्मा एक विशेष काम लई आंदा सी, किसी बंदे द्वारा वो करवांदा सी काम और फिर चलिया जाता सी। लेकिन यीशु मसीह दे जान तो बाद पवित्र आत्मा कलीसिया और विश्वासी लोगों में सदा वास्ते रहन वास्ते आ गया। सो उस दिन फिर ये काम शुरू हो गया। केड़ा दिन सीगा? दिन केड़ा सीगा? केड़ा दिन सीगा? पेंतेकोस्त। केड़ा दिन? ओदा शब्द है 50वां। से ओदा अर्थ जिहड़ा है 50वां अर्थ है ओदा सीधा जा। सो इस दिन आ गया और फिर असीं पढ़दे हां उस दिन दे थां केड़ा सीगा? केड़ी जगह ते आया है? यरूशलेम। केड़ी जगह है? दिन केड़ा है? पेंतेकोस्त। जगह केड़ी है? यरूशलेम। कौन कौन इकट्ठे सी? लगभग 18 अलग अलग छोटे और बड़े देशों के लोग उत्थे इकट्ठे सी। उस दिन की होया? पतरस साहब पवित्र आत्मा भर के प्रचार करते हैं और प्रचार तो बाद की होंदा है? प्रभु दा आत्मा सुनन वालियां दे दिलां नूं की करदा है? कायल कर दिंदा है।
ਔਰ ਕਾਇਲ ਕਰਨ ਤੋਂ ਬਾਅਦ 2:37 ਵਿੱਚ ਲਿਖਿਆ ਹੈ, ਉਹਨਾਂ ਨੇ ਪਤਰਸ ਔਰ ਬਾਕੀ ਲੋਕਾਂ ਤੋਂ ਪੁੱਛਿਆ, ਕਹਿੰਦਾ ਅਸੀਂ ਦੱਸੋ ਹੁਣ ਕੀ ਕਰੀਏ, ਅਸੀਂ ਐਡਾ ਵੱਡਾ ਗੁਨਾਹ ਕਰ ਲਿਆ। ਪ੍ਰਭੂ ਯੀਸ਼ੂ ਮਸੀਹ ਜਿਹੜਾ ਪਾਪਾਂ ਦੀ ਮੁਕਤੀ ਦੇਣ ਵਾਸਤੇ ਆਇਆ ਸੀ, ਛੁਟਕਾਰਾ ਦੇਣ ਵਾਸਤੇ ਆਇਆ ਸੀ, ਉਸ ਨੂੰ ਅਸੀਂ ਸੂਲੀ ਚੜਾਤਾ, ਐਡਾ ਵੱਡਾ ਗੁਨਾਹ ਸਾਡੇ ਕੋਲ ਹੋ ਗਿਆ, ਹੁਣ ਦੱਸੋ ਅਸੀਂ ਕੀ ਕਰੀਏ। ਤਾਂ ਉਹਨਾਂ ਨੇ ਆਖਿਆ ਹਰੇਕ ਜਨ ਆਪਣੇ ਪਾਪਾਂ ਤੋਂ ਕੀ ਕਰੇ ਤੌਬਾ ਕਰੇ ਔਰ ਯੀਸ਼ੂ ਮਸੀਹ ਦੇ ਨਾਮ ਦੇ ਉੱਤੇ ਕੀ ਕਰੇ, ਵਿਸ਼ਵਾਸ ਕਰੇ। ਇਹ ਪ੍ਰਚਾਰ ਸੁਣਨ ਤੋਂ ਬਾਅਦ ਉਹਨਾਂ ਨੇ ਕੀ ਕੀਤੀ, ਤੌਬਾ ਕੀਤੀ। ਸੋ ਫਲ ਕੀ ਨਿਕਲਿਆ, ਉਸੇ ਦਿਨ 3000 ਲੋਕਾਂ ਨੇ ਵਿਸ਼ਵਾਸ ਕੀਤਾ ਔਰ ਬਪਤਿਸਮਾ ਲੈ ਲਿਆ। ਔਰ ਕਿੰਨੇ ਹਜ਼ਾਰ ਹੋ ਗਏ, 3120 ਲੋਕਾਂ ਦੀ ਪਹਿਲੀ ਕਲੀਸਿਆ ਸਥਾਪਿਤ ਹੋ ਗਈ। ਕਿੰਨੇ ਲੋਕਾਂ ਦੀ ਗਿਣਤੀ ਸੀ ਪਹਿਲੀ ਕਲੀਸਿਆ 'ਚ, 3120 ਲੋਕ। ਕਲੀਸਿਆ ਦਾ ਸਦੱਸਿਆ ਜਾਂ ਕਲੀਸਿਆ ਦਾ ਮੈਂਬਰ ਬਣਨ ਦੇ ਲਈ ਕੀ ਕਰਨਾ ਚਾਹੀਦਾ ਹੈ, ਉਹਦੇ ਲਈ 5 ਸ਼ਰਤਾਂ ਨੇ। ਠੀਕ ਹੈ, ਕਲੀਸਿਆ ਦਾ ਮੈਂਬਰ ਬਣਨ ਦੇ ਲਈ, ਜਿਵੇਂ ਇੱਥੇ ਕਲੀਸਿਆ ਸ਼ੁਰੂ ਹੋਈ, ਲੇਕਿਨ ਉਹਨਾਂ ਨੇ ਕੀ ਕੀਤਾ, ਕਲੀਸਿਆ ਦਾ ਮੈਂਬਰ ਬਣਨ ਦੇ ਲਈ 5 ਸ਼ਰਤਾਂ ਜ਼ਰੂਰੀ ਨੇ। ਪਹਿਲਾ ਮਨ ਫਿਰਾਣਾ, ਪਹਿਲਾ ਕੀ ਹੈ, ਤੌਬਾ ਕਰਨਾ। ਕੀ ਕਰਨਾ, ਤੌਬਾ ਕਰਨਾ। ਰਜਿਸਟਰ 'ਚ ਨਾਮ ਨਹੀਂ ਲਿਖਾਣਾ। ਕਈ ਕਲੀਸਿਆਵਾਂ ਦੇ ਵਿੱਚ ਮੈਂਬਰ ਬਣਨ ਦੇ ਲਈ ਕੀ ਕਰਨਾ ਪੈਂਦਾ ਹੈ, ਰਜਿਸਟਰ 'ਚ ਕੀ ਲਿਖਾਓ, ਨਾਮ, ਉਹ ਨਹੀਂ ਹੈ, ਪਤਾ ਦਿਓ, ਉਹ ਨਹੀਂ ਹੈ। ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪਤਰਸ ਦੀ ਗੱਲ ਸੁਣੀ। ਪਤਰਸ ਨੇ ਪਹਿਲੇ ਕੀ ਗੱਲ ਆਖੀ ਉਹਨਾਂ ਨੂੰ, ਕੀ ਕਰੋ ਤੁਸੀਂ, ਕੀ ਕਰਨ ਦੇ ਲਈ ਆਖਿਆ ਪਤਰਸ ਨੇ, ਮਨ ਫਿਰਾਓ। ਪਹਿਲਾ ਹੈ ਮਨ ਫਿਰਾਣਾ। ਦੂਸਰੀ ਸ਼ਰਤ ਹੈ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਉद्धारकर्ता ਔਰ ਪ੍ਰਭੂ ਜਾਣ ਕੇ ਵਿਸ਼ਵਾਸ ਕਰਨਾ। ਦੂਸਰਾ ਕੀ ਹੈ, ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਔਰ ਪ੍ਰਭੂ ਜਾਣ ਕੇ ਕੀ ਕਰਨਾ, ਕਬੂਲ ਕਰਨਾ। ਇਹ ਦੂਸਰੀ ਸ਼ਰਤ ਹੈ। ਤੀਸਰੀ ਸ਼ਰਤ ਹੈ ਉद्धार ਵਾਲਾ ਜੀਵਨ ਦੇ ਬਾਰੇ ਨਿਸ਼ਚਿਤ ਹੋਣਾ। ਸੱਚ ਵਿੱਚ ਪਰਮੇਸ਼ਵਰ ਨੇ ਜਦੋਂ ਮੈਂ ਤੌਬਾ ਕੀਤੀ, ਯਿਸੂ ਮਸੀਹ ਦੇ ਵਿਸ਼ਵਾਸ ਕੀਤਾ, ਮੇਰੇ ਪਾਪਾਂ ਨੂੰ ਕੀ ਕਰਤਾ, ਮਾਫ ਕਰਤਾ। ਕਰੇਗਾ ਨਹੀਂ, ਕੀ ਕਰਤਾ, ਕਰ ਦਿੱਤਾ ਹੈ। ਉਸ ਪਾਪਾਂ ਦੀ ਮਾਫੀ ਦੀ ਦਿਲ ਵਿੱਚ ਪੱਕਾ ਯਕੀਨ ਹੋਣਾ ਵੀ ਹਾਂ ਮੇਰੇ ਪਾਪ ਕੀ ਹੋ ਗਏ। ਇਹ ਤੀਸਰੀ ਸ਼ਰਤ। ਚੌਥੀ ਸ਼ਰਤ ਬਪਤਿਸਮਾ ਲੈਣਾ। ਕੀ ਲੈਣਾ, ਪਿਤਾ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ 'ਚ ਡੁਬਕੀ ਦਾ ਬਪਤਿਸਮਾ ਲੈਣਾ। ਛਿੜਕਾਵ ਦਾ ਨਹੀਂ, ਮੋਟਰ ਚਲਾ ਕੇ ਨਹੀਂ, ਕਿਸੇ ਤਰੀਕੇ ਨਾਲ ਨਹੀਂ। ਕਿਵੇਂ ਲੈਣਾ, ਡੁਬਕੀ ਦਾ। ਇਹ ਚੌਥੀ ਸ਼ਰਤ। ਔਰ ਪੰਜਵੀਂ ਸ਼ਰਤ ਰਸੂਲਾਂ ਤੋਂ ਸਿੱਖਿਆ ਪ੍ਰਾਪਤ ਕਰਨਾ, ਸਿੱਖਿਆ ਵਿੱਚ ਬਣੇ ਰਹਿਣਾ। ਇੱਕ ਕਲੀਸਿਆ ਦਾ ਭਾਗ ਬਣਨ ਵਾਸਤੇ, ਇੱਕ ਕਲੀਸਿਆ ਦਾ ਅੰਗ ਬਣਨ ਵਾਸਤੇ ਇਹ 5 ਸ਼ਰਤਾਂ ਬਾਈਬਲ ਦੇ ਅਨੁਸਾਰ ਸਾਨੂੰ ਚਾਹੀਦੀਆਂ ਨੇ, ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚਾਹੀਦੀਆਂ। ਰਸੂਲਾਂ ਦੇ ਕਰਤੱਵ 2 ਅਧਿਆਇ ਦੇ ਅਨੁਸਾਰ ਸਾਨੂੰ ਪੂਰੀਆਂ ਕਰਨੀਆਂ। ਉਹਦੇ ਵਿੱਚ ਪਹਿਲੀ ਕਿਹੜੀ ਸੀਗੀ, ਪਹਿਲੀ ਕਿਹੜੀ ਹੈ, ਤੌਬਾ ਕਰਨਾ। ਦੂਸਰਾ ਕੀ ਹੈ, ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ ਕਿ ਉਹ ਮੇਰਾ ਮੁਕਤੀਦਾਤਾ ਔਰ ਪ੍ਰਭੂ ਹੈ। ਤੀਸਰਾ ਆਪਣੀ ਪਾਪਾਂ ਦੀ ਮਾਫੀ ਨੂੰ ਯਕੀਨੀ ਕਰਨਾ, ਹਾਂ ਮੇਰੇ ਪਾਪ ਕੀ ਹੋ ਗਏ, ਮਾਫ ਹੋ ਗਏ। ਚੌਥਾ ਬਪਤਿਸਮਾ ਲੈਣਾ, ਪਿਤਾ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਲੈਣਾ। ਔਰ ਪੰਜਵਾਂ ਸਿੱਖਿਆ ਲੈਂਦੇ ਰਹਿਣਾ, ਕਲੀਸਿਆ ਦੇ ਵਿੱਚ ਸਿੱਖਿਆ ਦਾ ਕੰਮ ਦੇ ਵਿੱਚ ਭਾਗ ਲੈਣਾ। ਇਹ 5 ਸ਼ਰਤਾਂ ਨੇ ਜਿਸ ਦੇ ਦੁਆਰਾ ਪਹਿਲੀ ਸਦੀ ਦੇ ਲੋਕ ਔਰ ਅੱਜ ਵੀ ਵਰਤਮਾਨ ਸਮੇਂ ਦੇ ਵਿੱਚ ਵੀ ਲੋਕ ਕੀ ਕਰਦੇ ਨੇ, ਪ੍ਰਭੂ ਯੀਸ਼ੂ ਮਸੀਹ ਦੀ ਕਲੀਸਿਆ ਦਾ ਕੀ ਬੰਦੇ ਨੇ, ਭਾਗ ਬੰਦੇ। ਇਸੇ ਤਰ੍ਹਾਂ ਤੁਸੀਂ ਵੀ ਬਣੇ ਹੋ, ਇਸੇ ਤਰ੍ਹਾਂ ਮੈਂ ਵੀ ਬਣਿਆ। ਸੋ ਅਸੀਂ ਜੋ ਇਸ ਕਲੀਸਿਆ ਦਾ ਭਾਗ ਆ, ਇਹ 5 ਸ਼ਰਤਾਂ ਨੂੰ ਪੂਰਾ ਕਰਕੇ ਅਸੀਂ ਕੀ ਬਣੇ, ਇਸ ਕਲੀਸਿਆ ਦਾ ਅੰਗ ਬਣ ਗਏ ਆ। ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੇਹ ਦੇ ਅੰਗ ਹੋ ਗਏ ਆ। ਲੇਕਿਨ ਇੱਕ ਗੱਲ ਯਾਦ ਰੱਖਣਾ, ਕਲੀਸਿਆਵਾਂ ਦੇ ਵਿੱਚ ਜਦੋਂ ਬਾਈਬਲ 'ਚ ਪੜੋਗੇ 2 ਪ੍ਰਕਾਰ ਦੀ ਕਲੀਸਿਆਵਾਂ ਹੈ। ਇੱਕ ਹੈ ਵਿਸ਼ਵ ਵਿਆਪੀ, ਮਤਲਬ ਸੰਸਾਰ ਭਰ ਦੇ ਵਿੱਚ ਫੈਲੇ ਹੋਏ ਵਿਸ਼ਵਾਸੀ ਲੋਕਾਂ ਦਾ ਝੁੰਡ, ਇੱਕ ਉਹ ਹੈ। ਦੂਸਰਾ ਇੱਕ ਸਥਾਨੀ ਕਲੀਸਿਆ। ਸਥਾਨੀ ਕਲੀਸਿਆ ਮਤਲਬ ਇਹ ਜਿਹੜੇ ਨੇੜੇ ਦੇ ਲੋਕ, ਇੱਕ ਝੁੰਡ ਇਕੱਠਾ ਹੋ ਹੁੰਦਾ ਹੈ। ਇਹ 2 ਪ੍ਰਕਾਰ ਦੀ ਕਲੀਸਿਆਵਾਂ ਕਿਹੜੀ ਕਿਹੜੀ ਹੈ, ਸੰਸਾਰ ਭਰ ਦੇ ਵਿੱਚ ਫੈਲੀ ਹੋਈ ਵਿਸ਼ਵ ਵਿਆਪੀ ਕਲੀਸਿਆ। ਉਸ ਵਿਸ਼ਵ ਵਿਆਪੀ ਕਲੀਸਿਆ ਦਾ ਅੰਗ ਬਣਨ ਦੇ ਲਈ ਇੱਕੋ ਸ਼ਰਤ ਹੈ, ਉਸ ਵਿਸ਼ਵ ਵਿਆਪੀ ਕਲੀਸਿਆ ਦਾ ਅੰਗ ਬਣਨ ਦੇ ਲਈ ਇੱਕੋ ਸ਼ਰਤ ਹੈ, ਤੌਬਾ ਕਰਕੇ ਯਿਸੂ ਮਸੀਹ ਤੇ ਕੀ ਕਰਨਾ। ਤੁਸੀਂ ਉਸ ਵਿਸ਼ਵਾਸੀ, ਉਸ ਕਲੀਸਿਆ ਦਾ ਕੀ ਬਣ ਜਾਂਦੇ ਹੋ, ਵਿਸ਼ਵ ਵਿਆਪੀ ਕਲੀਸਿਆ ਦਾ ਕੀ ਬਣ ਜਾਂਦੇ ਹੋ, ਭਾਗ। ਯਿਸੂ ਮਸੀਹ ਦੀ ਦੇਹ ਦੇ ਅੰਗ ਸਿਰਫ ਤੌਬਾ ਕਰਕੇ ਤੁਸੀਂ ਕੀ ਕਰਦੇ ਹੋ, ਉਸ ਵਿਸ਼ਵ ਵਿਆਪੀ ਕਲੀਸਿਆ ਦੇ ਅੰਗ ਬਣ ਜਾਂਦੇ ਹੋ। ਲੇਕਿਨ ਸਥਾਨੀ ਕਲੀਸਿਆ ਦਾ ਭਾਗ ਬਣਨ ਵਾਸਤੇ 5 ਸ਼ਰਤਾਂ ਚਾਹੀਦੀਆਂ ਨੇ ਔਰ ਦੋਨੋਂ ਕਲੀਸਿਆਵਾਂ ਜ਼ਰੂਰੀ ਨੇ। ਵਿਸ਼ਵ ਵਿਆਪੀ ਕਲੀਸਿਆ ਦੇ ਵਿੱਚ
ਔਰ ਚਰਚ ਦੇ ਵਿੱਚ ਫਰਕ ਹੈ ਥੋੜਾ, ਉਹ ਬਾਅਦ ਦੇ ਵਿੱਚ ਅਸੀਂ ਦੱਸਾਂਗੇ ਵਿਸਤਾਰ ਨਾਲ। ਸੋ ਇਹ 5 ਸ਼ਰਤਾਂ ਤੁਹਾਨੂੰ ਸਮਝ ਆ ਗਈਆਂ। ਸੋ ਕਲੀਸਿਆ ਦੇ ਬਾਰੇ 3 ਗੱਲਾਂ ਹੋਰ ਸੱਚ ਮੈਂ ਅੱਜ ਦੱਸ ਕੇ ਫਿਰ ਸਮਾਪਤ ਕਰਾਂਗਾ। 3 ਗੱਲਾਂ ਹੋਰ ਦੱਸਾਂਗਾ। ਪਿਛਲੀ ਵਾਰ ਮੈਂ ਕੁਝ 5 ਗੱਲਾਂ ਦੱਸੀਆਂ ਤੁਹਾਨੂੰ ਸੱਚ, ਅੱਜ 3 ਸੱਚ ਕਲੀਸਿਆ ਬਾਰੇ ਹੋਰ ਦੱਸਾਂਗਾ। ਇਹ ਦੱਸ ਕੇ ਫਿਰ ਮੈਂ ਸਮਾਪਤ ਕਰਾਂਗਾ। ਪਹਿਲਾ ਸੱਚ, ਬਾਅਦ 'ਚ ਫਿਰ ਅਸੀਂ ਵਿਸਤਾਰ ਕਰਾਂਗੇ, ਇੱਕੋ ਵਾਰੀ ਮੈਂ ਦੱਸਣ ਜਾ ਰਿਹਾ। ਠੀਕ ਹੈ, ਪਹਿਲਾ ਸੱਚ, ਕਲੀਸਿਆ ਪਰਮੇਸ਼ਵਰ ਦਾ ਭੇਤ ਹੈ। ਇਹ ਪਹਿਲਾ ਸੱਚ ਹੈ ਨਵੇਂ ਨਿਯਮ ਦੇ ਅਨੁਸਾਰ। ਕਲੀਸਿਆ ਪਰਮੇਸ਼ਵਰ ਦਾ ਭੇਤ। ਦੂਸਰਾ ਸੱਚ, ਕਲੀਸਿਆ ਪਰਮੇਸ਼ਵਰ ਦੀ ਸੰਪत्ति ਹੈ, ਜਾਇਦਾਦ ਹੈ। ਕਿਹਦੀ ਜਾਇਦਾਦ ਹੈ? ਤੀਸਰਾ ਸੱਚ, ਕਲੀਸਿਆ ਪਰਮੇਸ਼ਵਰ ਦਾ ਗਿਆਨ ਹੈ। ਇਹ 3 ਸੱਚ ਔਖੇ ਨੇ, ਇਸ ਕਰਕੇ ਕਈ ਲੋਕਾਂ ਦੇ ਆਪਾਂ ਦੇਖਦੇ ਹਾਂ ਚਿਹਰਿਆਂ 'ਚ ਉਹ ਆ ਨਹੀਂ ਰਿਹਾ ਨਾ। ਇਹ ਥੋੜਾ ਜਿਹਾ ਡੂੰਘੀ ਜੀ ਸਿੱਖਿਆ ਹੈ, ਇਸ ਕਰਕੇ ਸਮਝਣਾ ਔਖਾ ਹੈ। ਸੋ 3 ਸੱਚ ਕਲੀਸਿਆ ਬਾਰੇ ਅੱਜ ਦੱਸ ਰਹੇ। ਪਹਿਲਾ ਕੀ ਹੈ? ਕਲੀਸਿਆ ਪਰਮੇਸ਼ਵਰ ਦਾ ਭੇਤ ਹੈ। ਦੂਸਰਾ, ਕਲੀਸਿਆ ਪਰਮੇਸ਼ਵਰ ਦੀ ਸੰਪत्ति ਹੈ ਜਾਂ ਜਾਇਦਾਦ ਹੈ, ਪੋਜੀਸ਼ਨ ਹੈ ਉਸਦਾ। ਤੀਸਰਾ, ਕਲੀਸਿਆ ਪਰਮੇਸ਼ਵਰ ਦਾ ਗਿਆਨ ਹੈ। ਕੁਝ ਆਇਤਾਂ ਚਾਹਨਾ ਮੈਂ ਪੜ੍ਹਨਾ, ਤੁਸੀਂ ਜਲਦੀ ਜੇ ਕੋਈ ਵੀਰ ਪੜ੍ਹੇ ਕੱਢ ਕੇ ਪੜ੍ਹੇ। ਪਹਿਲਾ ਸੱਚ, ਕਲੀਸਿਆ ਪਰਮੇਸ਼ਵਰ ਦਾ ਭੇਤ ਹੈ। ਇਸ ਦੇ ਬਾਰੇ ਅਸੀਂ ਪੜ੍ਹਦੇ ਹਾਂ। ਕੋਈ ਵੀ ਇਹਦੇ 'ਚ ਕੱਢ ਕੇ ਪੜ੍ਹਨਾ। ਇਫੀਸੀਓ ਦੀ ਪੱਤਰੀ 3 ਅਧਿਆਏ, इफिसियों की पत्री 3 अध्याय 9 वचन। और सब पर यह बात प्रकाशित करूं कि उस भेद का प्रबंध क्या है जो सबके सृजनहार परमेश्वर में आदि से गुप्त था। ठीक है, कदों तो गुप्त सीगा ये? आदि तो गुप्त सी। ਇਹ ਭੇਤ ਪੁਰਾਣੇ ਨਿਯਮ ਦੇ ਲੋਕਾਂ ਨੂੰ ਨਹੀਂ ਪਤਾ ਸੀ, ਨਬੀਆਂ ਨੂੰ ਨਹੀਂ ਪਤਾ ਸੀ, ਪਰਮੇਸ਼ਵਰ ਦੇ ਸੰਤਾਂ ਨੂੰ ਨਹੀਂ ਪਤਾ ਸੀਗਾ। ਲੇਕਿਨ ਇਹ ਭੇਤ ਕਿਹਦੇ ਉੱਤੇ ਖੋਲਿਆ ਗਿਆ? ਸੰਤ ਪੌਲੁਸ ਔਰ ਨਵੇਂ ਨਿਯਮ ਦੀ ਕਲੀਸਿਆ ਦੇ ਉੱਤੇ, ਪਤਰਸ ਦੇ ਉੱਤੇ ਇਹ ਭੇਤ ਖੋਲਿਆ ਗਿਆ। ਕੀ ਭੇਤ ਖੋਲਿਆ ਗਿਆ? ਇਹ ਭੇਤ ਕੀ ਸੀਗਾ? ਉਸ ਭੇਤ ਨੂੰ ਵੀ ਸਮਝਣਾ ਜ਼ਰੂਰੀ ਹੈ। ਇਫਿਸੀਓ ਦੀ ਪੱਤਰੀ ਅਸੀਂ ਕੱਢ ਲਈ, ਉਹਦੇ ਵਿੱਚ ਪੜ੍ਹੀਏ 3 ਅਧਿਆਇ। ਇਹ ਭੇਤ ਕੀ ਹੈ? 6 ਵਚਨ ਨੂੰ ਪੜੋ। ਇਹ ਭੇਤ ਕੀ ਸੀਗਾ ਜਿਹੜਾ ਹੋਰ ਕਿਸੇ ਨੂੰ ਨਹੀਂ ਦੱਸਿਆ ਗਿਆ? ਸੰਤ ਪੌਲਸ ਦੇ ਉੱਤੇ ਪ੍ਰਗਟ ਹੋਇਆ। ਇਹ ਭੇਤ ਦੀ ਗੱਲ ਕੀ? ਕਲੀਸਿਆ ਭੇਤ ਕਿਉਂ ਸੀਗਾ? ਪੜੋ ਵੀਰੇ। अर्थात ये कि मसीह यीशु में सुसमाचार के द्वारा अन्य जाति लोग विरास में साझी और एक ही देह और प्रतिज्ञा के भागी हैं। ठीक है, की हो गया? ये भेत की सीगा? अन्य जाति लोग परमेश्वर दी चुनी हुई कौम दे समान परमेश्वर दे वादियां विच, परमेश्वर दे जायदाद दे विच की बन जाणगे? भागीदार हो जाणगे। ये भेत दी गल सी, किसे नूं नहीं पता सीगा। सिर्फ ये भेत कलीसिया दे द्वारा प्रगट परमेश्वर कर रहा है भी अन्य जाति लोग यहूदियां तो इसराइलियां तो अड जड़े लोग ने। ਇਹਦੇ ਇਫੀਸੀਓ ਦੀ ਪੱਤਰੀ ਇਸੇ ਕਰਕੇ ਬੋਲਦੀ ਹੈ। ਇਹਦੇ ਇੱਕ ਵਚਨ ਪੜਨਾ, 11 ਵਚਨ 2 ਦਾ 11 ਪੜਨਾ, ਤੁਹਾਨੂੰ ਸਮਝ ਆਏਗਾ। ਇਸ ਕਾਰਨ स्मरण करो कि तुम जो शारीरिक रीति से अन्य जाति हो, ਸਰੀਰਿਕ ਤੌਰ ਨਾਲ ਤੁਸੀਂ ਵਾਅਦੇ ਦੀ ਸੰਤਾਨ ਨਹੀਂ ਹੋ। ਅਬਰਾਹਮ ਦੇ ਜਿਹੜੇ ਬੀਜ ਨੂੰ ਪਰਮੇਸ਼ਵਰ ਨੇ ਆਖਿਆ ਸੀ ਉਹ ਸੰਸਾਰ ਨੂੰ ਆਸ਼ੀਸ਼ਿਤ ਕਰੇਗਾ, ਤੁਸੀਂ ਸਰੀਰ ਦੀ ਦਸ਼ਾ ਵਿੱਚ, ਮਤਲਬ ਉਸ ਦੇ ਕੁੱਲ ਤੋਂ ਨਹੀਂ ਹੈਗੇ। ਲੇਕਿਨ ਫਿਰ ਅੱਗੇ ਉਹ ਪੜਦਾ ਹੈ, ਅੱਗੇ और जो लोग शरीर में हाथ के किए हुए खतने से खतने वाले कहलाते हैं वे तुमको खतना रहित कहते हैं। 12 भी पढ़ना वीरे। तुम लोग उस समय मसीह से अलग और इस्राएल की प्रजा के पद से अलग किए हुए और प्रतिज्ञा की वाचाओं के भागी ना थे, आशाहीन और जग में ईश्वर रहित थे। सो इत्थे 13 ਵਿੱਚ ਲਿਖਿਆ, पर अब तो मसीह यीशु में तुम जो पहले दूर थे मसीह यीशु के लहू के द्वारा निकट हो गए, है ना। ਇਹ ਭੇਤ ਸੀਗਾ। ਅਸੀਂ ਦੇਖੋ 12ਵੇਂ ਵਚਨ 'ਚ ਲਿਖਿਆ ਕਿੰਨੀਆਂ ਗੱਲਾਂ ਤੋਂ ਬਾਹਰ ਸੀਗੇ, ਭਾਗੀਦਾਰ ਨਹੀਂ ਸੀਗੇ, ਇਸਰਾਇਲ ਦੀ ਪ੍ਰਜਾ ਦੇ ਪਦ ਤੋਂ ਅਲੱਗ ਕੀਤੇ,
ਉਹਦੇ ਵਾਅਦਿਆਂ ਤੋਂ ਵਾਰਸ ਨਹੀਂ ਸੀਗੇ, ਆਸ਼ਾਹੀਨ ਜਗਤ ਵਿੱਚ ਈਸ਼ਵਰ ਰਹੀ ਸੀ, ਲੇਕਿਨ ਇਹ ਸਭ ਕੁਝ ਸਾਨੂੰ ਭੇਤ ਸੀਗਾ ਇਹ ਵੱਡਾ, ਕਿੱਥੇ ਪ੍ਰਗਟ ਕੀਤਾ ਗਿਆ? ਕਲੀਸਿਆ ਵਿੱਚ। ਸੋ ਇਸ ਕਰਕੇ ਕਲੀਸਿਆ ਪਰਮੇਸ਼ਵਰ ਦਾ ਕੀ ਹੈ? ਭੇਤ ਹੈ। ਇੱਥੇ ਆ ਕੇ ਸਾਨੂੰ ਸਮਝ ਆਉਂਦਾ ਹੈ ਅਸੀਂ ਕੀ ਸੀ ਲੇਕਿਨ ਅਸੀਂ ਕੀ ਬਣ ਗਏ ਹਾਂ। ਸੰਸਾਰ ਵਿੱਚ ਅਸੀਂ ਕੀ ਸੀ, ਲੇਕਿਨ ਕਲੀਸਿਆ ਵਿੱਚ ਆਉਣ ਤੋਂ ਬਾਅਦ ਸਾਨੂੰ ਇਹ ਸਮਝ ਆਉਂਦਾ ਹੈ ਕਿ ਪਰਮੇਸ਼ਵਰ ਦਾ ਕਿੱਡਾ ਵੱਡਾ ਭੇਤ ਹੈ। ਰੋਮੀਓ ਦੀ ਪੱਤਰੀ 11:25 ਪੜ੍ਹ ਲਓ ਤੁਸੀਂ, 25-26 ਉਹਦੇ ਵਿੱਚ ਲਿਖਿਆ ਹੈ, 25 ਵਿੱਚ ਲਿਖਿਆ ਹੈ, 16 ਦੀ 25 ਵਿੱਚ ਲਿਖਿਆ ਹੈ, ਫਿਰ ਮਤੀ 9:16 ਵਿੱਚ ਲਿਖਿਆ ਹੈ, ਇਫੀਸੀਓ 2 ਦੀ 15 ਅਸੀਂ ਪੜ੍ਹ ਲਈ, ਉਹਦੇ ਵਿੱਚ ਵੀ ਲਿਖਿਆ ਹੈ अपना मेल कराता, दोनों में अपने में एक करके मेल कराता। सो जो कलीसिया है ये परमेश्वर ਦਾ ਕੀ ਸੀਗਾ? ਭੇਤ। ਪੁਰਾਣੇ ਨਿਯਮ ਦੇ ਲੋਕਾਂ ਨੂੰ ਨਹੀਂ ਪਤਾ ਸੀਗਾ। ਉਹਨਾਂ ਨੇ ਇਸੇ ਗੱਲ ਨੂੰ ਤਾਂ ਫਰੀਸੀ ਲੋਕ ਘਮੰਡ ਦੇ ਰੂਪ 'ਚ ਲੈਂਦੇ ਸੀਗੇ, ਇਸੇ ਕਰਕੇ ਉਹ अन्य ਜਾਤੀਆਂ ਨਾਲ ਨਫ਼ਰਤ ਕਰਦੇ ਸੀ। ਸਾਮਰੀ ਜਿਹੜੀ ਇਸਤਰੀ ਸੀ, ਜਿਹੜੀ ਯਿਸੂ ਮਸੀਹ ਨੂੰ ਖੂਹ ਤੇ ਮਿਲੀ, ਚੇਲੇ ਜਦੋਂ ਯਿਸੂ ਮਸੀਹ ਕੋਲੇ ਆਏ ਤੇ ਚੇਲੇ ਕਿਉਂ ਉਹਨਾਂ ਨਾਲ ਨਫ਼ਰਤ ਕਰ ਰਹੇ ਸੀ? ਇਹ ਕੇਸ ਬੁੜੀ ਨਾਲ ਗੱਲਾਂ ਮਾਰੀ ਜਾਂਦਾ ਹੈ। ਇੱਕ ਸਾਮਰੀ ਔਰਤ ਦੇ ਨਾਲ ਯਿਸੂ ਮਸੀਹ ਕੀ ਕਰਦਾ ਪਿਆ ਸੀਗਾ? ਮੇਲ ਮਿਲਾਪ ਰੱਖਦਾ ਸੀਗਾ। ਲੇਕਿਨ ਯਹੂਦੀ ਲੋਕ ਕਦੇ ਵੀ ਸਾਮਰੀ ਲੋਕਾਂ ਦੇ ਨਾਲ ਕੋਈ ਮੇਲ ਮਿਲਾਪ, ਕਿਉਂਕਿ ਉਹ ਅੰਨ ਜਾਤੀ ਸੀਗੇ, ਨਫ਼ਰਤ ਕਰਦੇ ਸੀ। ਜਿਵੇਂ ਸਾਡੇ ਦੇਸ਼ ਵਿੱਚ ਛੂਆ-ਛੂਤ ਹੈ ਨਾ, ਉੱਚੀ ਜਾਤ ਨੀਚੀ ਜਾਤ, ਇਸ ਊਚ ਔਰ ਨੀਚ ਦੇ ਭੇਤ ਨੂੰ ਕਲੀਸਿਆ ਨੇ ਕੀ ਕਰ ਦਿੱਤਾ? ਕੀ ਕਰਤਾ? ਇੱਥੇ ਦੇਖੋ ਹੁਣ ਕਿੰਨੀ ਜਾਤਾਂ ਦੇ ਲੋਕ ਬੈਠੇ ਨੇ, ਅਲੱਗ-ਅਲੱਗ ਗੋਤ ਦੇ ਲੋਕ ਬੈਠੇ ਕਿ ਨਹੀਂ, ਅਲੱਗ-ਅਲੱਗ ਭਾਸ਼ਾ ਦੇ ਲੋਕ ਬੈਠੇ ਕਿ ਨਹੀਂ। ਇਹ ਕਿਸੇ ਨੂੰ ਪਤਾ ਸੀ ਕਿ ਅਸੀਂ ਸਭ ਇੱਕ ਪਰਿਵਾਰ ਹੋ ਜਾਵਾਂਗੇ? ਜਿਹੜਾ ਪਰਿਵਾਰ ਉਤਪੱਤੀ ਦੀ 11ਵੇਂ ਅਧਿਆਏ ਵਿੱਚ ਅੱਡ-ਅੱਡ ਹੋ ਗਏ ਲੋਕ, ਪ੍ਰਭੂ ਹੁਣ ਕਲੀਸਿਆ ਦੇ ਵਿੱਚ ਉਹ ਅੱਡ-ਅੱਡ ਜਾਤੀਆਂ ਨੂੰ ਸਭ ਨੂੰ ਇੱਕ ਛਾਤੇ ਦੇ ਥੱਲੇ ਕੀ ਕਰਦਾ ਪਿਆ? ਇਹ ਵੱਡਾ ਭੇਤ ਹੈ। ਕਲੀਸਿਆ ਇਸ ਕਰਕੇ ਵੱਡਾ ਪਰਮੇਸ਼ਵਰ ਦਾ ਭੇਤ ਹੈ, ਕਿਉਂਕਿ ਇੱਥੇ ਅਲੱਗ-ਅਲੱਗ ਜਾਤੀ, ਧਰਮ, ਕੌਮ, ਭਾਸ਼ਾ, ਰੀਤੀ ਰਿਵਾਜ ਵਾਲੇ ਸਭ ਲੋਕ ਕਿੱਥੇ ਆ ਰਹੇ ਨੇ? ਇੱਕ ਪਰਮੇਸ਼ਵਰ ਦੇ ਬੱਚੇ ਬਣ ਕੇ ਸਭ ਇਕੱਠੇ ਹੋ ਰਹੇ ਨੇ। ਇਹ ਭੇਦ ਦੀ ਗੱਲ ਨਹੀਂ ਹੈ, ਸਾਨੂੰ ਕਦੇ ਪਤਾ ਸੀਗਾ? ਹੁਣ ਇੱਥੇ ਕਿਸੇ ਨੂੰ ਪੁੱਛਾਂਗੇ ਆਪਾਂ ਕਿ ਵੀਰੇ ਤੁਹਾਡੀ ਜਾਤ ਕੀ, ਸਭ ਦੱਸਣਗੇ ਜੀ ਠੀਕ ਹੈ ਜੀ ਮੈਂ ਜਾਟਾਂ ਜੀ, ਕੋਈ ਬੋਲ ਦੇਗਾ ਕਿ ਮੈਂ ਮਜ਼੍ਹਬੀ ਹਾਂ ਜੀ, ਕੋਈ ਬੋਲ ਦੇਗਾ ਮੈਂ ਮਹਾਜਨ ਹਾਂ ਜੀ, ਕੋਈ ਬੋਲੇਗਾ ਮੈਂ ਰਾਜ ਸਿੱਖ ਹਾਂ ਜੀ। ਲੇਕਿਨ ਸਾਡੇ ਲਈ ਇੱਕੋ ਠੱਪਾ ਹੋਣ ਲੱਗਿਆ, ਅਸੀਂ ਸਭ ਕੀ ਬਣ ਗਏ ਹੁਣ? ਮਸੀਹੀ। ਹੁਣ ਅਸੀਂ ਸਭ ਕੀ ਹਾਂ? ਉਹ ਸਾਡੇ ਅੰਦਰ ਕੋਈ ਜਾਤ ਨਹੀਂ ਰਹੀ, ਕੌਮ ਨਹੀਂ ਰਹੀ, ਭਾਸ਼ਾ ਨਹੀਂ ਰਹੀ। ਇਹ ਮੇਜ਼ ਇਸੇ ਗੱਲ ਦੀ ਨਿਸ਼ਾਨੀ ਹੈ। ਪਰਮੇਸ਼ਵਰ ਦੇ ਭੇਤ ਨੂੰ ਇਸੇ ਕਰਕੇ ਬੋਲਦਾ ਹੈ, ਇਸ ਮੇਜ਼ ਦੇ ਵਿੱਚੋਂ ਦੇਖੋ ਅਸੀਂ ਇੱਕ ਰੋਟੀ ਵਿੱਚੋਂ ਖਾਂਦੇ। ਉਹਦਾ ਮਤਲਬ ਕੀ ਹੈ? ਇੱਕ ਰੋਟੀ ਵਿੱਚੋਂ ਤੋੜਨ ਦਾ ਮਤਲਬ ਹੈ ਕਿ ਅਸੀਂ ਇੱਕ ਪਰਿਵਾਰ ਆ। ਇੱਕ ਪਿਆਲੇ ਵਿੱਚੋਂ ਪੀਣ ਦਾ ਮਤਲਬ ਹੈ ਹੁਣ ਸਾਡੇ ਵਿੱਚ ਝੂਠ ਨਹੀਂ ਹੈ, ਹੁਣ ਸਾਡੇ ਵਿੱਚ ਭੇਦਭਾਵ ਨਹੀਂ ਹੈ, ਊਚ ਨੀਚ ਨਹੀਂ ਹੈ, ਭਾਸ਼ਾ ਨਹੀਂ ਹੈ। ਲੇਕਿਨ ਪ੍ਰਭੂ ਯੀਸ਼ੂ ਮਸੀਹ ਦੀ ਉਸ ਮੇਜ਼ ਦੇ ਮੌਤ ਦੇ ਦੁਆਰਾ ਪਰਮੇਸ਼ਵਰ ਨੇ ਸਾਡੇ ਨਾਲ ਕੀ ਕਰ ਲਿਆ? ਮੇਲ ਕਰ ਰਿਹਾ। ਲੇਕਿਨ ਇਹ ਕਿੱਥੇ ਸਮਝ ਆਉਂਦਾ ਹੈ? ਇਹ ਭੇਤ ਕਿੱਥੇ ਸਮਝ ਆਉਂਦਾ ਹੈ? ਜਦੋਂ ਅਸੀਂ ਕਿੱਥੇ ਆਉਂਦੇ ਹਾਂ? ਕਲੀਸਿਆ ਵਿੱਚ। ਇਹ ਭੇਤ ਕਿੱਥੇ ਪ੍ਰਗਟ ਕੀਤਾ ਗਿਆ ਹੈ? ਕਲੀਸਿਆ 'ਚ। ਸੋ ਪੁਰਾਣੇ ਨਿਯਮ ਦੇ ਲੋਕਾਂ ਨੂੰ ਇਹ ਨਹੀਂ ਪਤਾ ਸੀ ਵੀ ਐਵੇਂ अन्य ਜਾਤੀਆਂ ਵੀ ਕਿਹਦੇ ਵਿੱਚ ਸ਼ਾਮਿਲ ਹੋਣਗੀਆਂ, ਕਿਹਦੇ ਸ਼ਾਮਿਲ ਹੋ ਜਾਣਗੀਆਂ। ਇਹ ਜਿਹੜਾ ਪਰਮੇਸ਼ਵਰ ਜਿਹਨੂੰ ਉਹ ਆਪ ਦਾ ਕਹਿੰਦੇ ਨੇ ਵੀ ਯਹੋਵਾ ਪਰਮੇਸ਼ਵਰ ਕੇਵਲ ਸਾਡਾ ਹੈ, अन्य ਜਾਤੀਆਂ ਆ ਕੇ ਆਖਣਗੀਆਂ ਵੀ ਇਹ ਯਹੋਵਾ ਸਾਡਾ ਵੀ, ਇਹਦੇ ਵਿੱਚ ਹੁਣ ਸਾਡਾ ਵੀ ਭਾਗ ਹੈ। ਇਹ ਵੱਡਾ ਸੁਭਾਗ ਸਾਡਾ ਹੈ। ਸੋ ਇਸ ਪਰਮੇਸ਼ਵਰ ਦੇ ਭੇਤ ਦੇ ਲਈ ਜੋ ਕਲੀਸਿਆ ਹੈ, ਅਸੀਂ ਪ੍ਰਭੂ ਦਾ ਸ਼ੁਕਰ ਕਰੀਏ। ਦੂਸਰਾ ਸੱਚ ਕਿਹੜਾ ਸੀ? ਕਲੀਸਿਆ ਪਰਮੇਸ਼ਵਰ ਦੀ ਜਾਇਦਾਦ ਹੈ। ਪਹਿਲਾ ਪਤਰਸ 2:9 ਪੜ੍ਹੀਏ ਔਰ ਪਹਿਲਾ ਕੁਰਿੰਥੀਓ 6 ਅਧਿਆਇ 9, 19 और 20 वचन पढ़िए। जल्दी ਕੱਢ ਕੇ पढ़ना, ਸਾਡਾ ਸਮਾਂ ਹੋ ਰਿਹਾ ਫਿਰ। पहला पतरस 2:9। हाँ, पर तुम एक चुने हुए वंश और राजपदधारी याजकों का समाज और पवित्र लोग और परमेश्वर की निज प्रजा हो, इसके लिए जिसने तुम्हें अंधियारे में से अपनी अद्भुत ज्योति में बुलाया है, उसके गुण प्रकट करो। उसके क्या प्रकट करो? उसके गुण प्रकट करो। ਸੋ ਜਦੋਂ ਅਸੀਂ ਪਰਮੇਸ਼ਵਰ ਦਾ ਘਰਾਣਾ ਬੋਲਦੇ ਹਾਂ ਨਾ, ਤਾਂ ਉਹ ਪਰਮੇਸ਼ਵਰ ਦੀ ਜਾਇਦਾਦ ਨੂੰ ਦੱਸਦਾ ਹੈ, ਸੰਪਤੀ। ਇੱਥੇ ਦੇਖੋ ਕਿੰਨੀ ਗੱਲਾਂ ਸਾਡੇ ਬਾਰੇ ਲਿਖੀਆਂ, ਰਾਜਪਦਧਾਰੀ, ਯਾਜਕ ਗਣ, ਹੈ ਨਾ, ਪਵਿੱਤਰ ਲੋਕ, ਪਰਮੇਸ਼ਵਰ ਦੀ ਨਿਜ ਪ੍ਰਜਾ। ਸੋ ਅਸੀਂ ਜੋ ਸਭ ਲੋਕ ਹਾਂ, ਅਸੀਂ ਹੁਣ ਆਪਣੇ ਨਹੀਂ ਹਾਂ, ਲੇਕਿਨ ਕਿਸੇ ਦੇ ਦੁਆਰਾ ਖਰੀਦੇ ਗਏ ਹਾਂ। ਕਿਸ ਦੇ ਦੁਆਰਾ ਖਰੀਦੇ ਗਏ ਅਸੀਂ? ਪ੍ਰਭੂ ਯੀਸ਼ੂ ਮਸੀਹ ਦੇ ਲਹੂ ਦੇ ਦੁਆਰਾ ਖਰੀਦ ਕੇ ਸਾਡਾ ਮੁੱਲ ਚੁਕਾਇਆ ਗਿਆ। ਦੇਖੋ ਪੁਰਾਣੇ ਸਮੇਂ ਦੇ ਵਿੱਚ ਇੱਕ ਕਹਾਣੀ, ਇੱਕ ਇੱਧਰ ਸੁਣੋ ਸਾਰੇ ਜਣੇ। ਪੁਰਾਣੇ ਸਮੇਂ ਦੇ ਵਿੱਚ ਔਰ ਕਾਫੀ ਸਮੇਂ ਹੁਣ ਤੱਕ ਵੀ ਬੰਦਿਆਂ ਨੂੰ ਗੁਲਾਮ ਬਣਾ ਕੇ ਖਰੀਦਿਆ ਔਰ ਵੇਚਿਆ ਜਾਂਦਾ ਸੀਗਾ।
ਯੀਸ਼ੂ ਮਸੀਹ ਦੇ ਸਮੇਂ ਔਰ ਉਸ ਤੋਂ ਪਹਿਲੇ ਦਾ ਜਿਹੜਾ ਸਮਾਂ ਸੀ ਨਾ, ਜਦੋਂ ਯੂਸਫ ਦੀ ਗੱਲ ਕਰਦੇ ਹਾਂ ਅਸੀਂ ਔਰ ਉਹਨਾਂ ਲੋਕਾਂ ਦੀ ਗੱਲ ਕਰਦੇ ਹਾਂ, ਉਦੋਂ ਇੱਕ ਗੱਲ ਸੀ, ਬੰਦਿਆਂ ਨੂੰ ਗੁਲਾਮ ਬਣਾ ਕੇ ਵੇਚਿਆ ਜਾਂਦਾ ਸੀ। ਉਹਨਾਂ ਦੀ ਬੋਲੀ ਲੱਗਦੀ ਸੀ, ਬੋਲੀ। ਸਾਊਥ ਅਫਰੀਕਾ ਦੇ ਵਿੱਚ ਜਿਹੜਾ ਨੈਲਸਨ ਮੰਡੇਲਾ, ਤੁਸੀਂ ਕਦੇ ਨਾਮ ਪੜ੍ਹਨਾ, ਨੈਲਸਨ ਮੰਡੇਲਾ, ਉਹ ਇਸ ਗੁਲਾਮਾਂ ਦੀ ਖਰੀਦ ਫਰੋਖ ਦੇ ਉੱਤੇ ਉਸਨੇ ਵੀ ਲੜਾਈ ਬਹੁਤ ਵੱਡੀ ਲੰਮੀ ਲੜੀ ਹੈ ਸਰਕਾਰ ਨਾਲ। ਸੋ ਯੀਸ਼ੂ ਮਸੀਹ ਦੇ ਸਮੇਂ ਦੇ ਵਿੱਚ ਵੀ ਔਰ ਉਸ ਤੋਂ ਪਹਿਲੇ ਵੀ ਬੰਦਿਆਂ ਨੂੰ ਗੁਲਾਮੀ ਦੇ ਵਿੱਚ ਦਿੱਤਾ ਜਾਂਦਾ ਸੀ, ਬੋਲੀ ਹੋਇਆ ਕਰਦੀ ਸੀ। ਐਵੇਂ ਲੋਕਾਂ ਨੂੰ ਖੜਾ ਕਰ ਦਿੱਤਾ ਜਾਏਗਾ ਔਰ ਖੜਾ ਕਰਕੇ ਇੱਕ ਇੱਕ ਦੀ ਬੋਲੀ ਲੱਗੇਗੀ। ਜਿਵੇਂ ਅੱਜ ਕੱਲ੍ਹ ਤੁਸੀਂ ਮਕਾਨਾਂ ਦੀ ਬੋਲੀ ਦੇਖਦੇ ਹੋ ਨਾ, ਐਵੇਂ ਉੱਥੇ ਕਿਹਨਾਂ ਦੀ ਬੋਲੀ ਲੱਗਦੀ ਸੀ? ਗੁਲਾਮਾਂ ਦੀ। ਔਰ ਗੁਲਾਮ ਦਾ ਕੀ ਹੁੰਦਾ ਸੀ, ਜਦੋਂ ਗੁਲਾਮ ਦਾ ਇੱਕ ਪੈਸਾ ਅਦਾ ਕਰ ਦਿੱਤਾ ਜਾਂਦਾ ਸੀ, ਜਿਹੜਾ ਵੀ ਮਾਲਿਕ ਕਰਦਾ ਸੀ, ਫਿਰ ਗੁਲਾਮ ਦੇ ਗਲੇ ਦੇ ਵਿੱਚ ਮਾਲਿਕ ਇੱਕ ਕਾਲਾ ਜਿਹਾ ਪੱਟਾ ਉਹਦੇ ਪਾ ਦਿੰਦਾ ਸੀ। ਫਿਰ ਮਾਲਿਕ ਕੀ ਕਰਦਾ ਸੀਗਾ, ਮਾਲਿਕ ਅੱਗੇ ਤੁਰਦਾ ਸੀ, ਫਿਰ ਗੁਲਾਮ ਉਹਦੇ ਪਿੱਛੇ ਪਿੱਛੇ। ਔਰ ਜਿੰਨੀ ਕੀਮਤ ਉੱਥੇ ਬੋਲੀ ਵਿੱਚ ਹੁੰਦੀ ਸੀ, ਮਾਲਿਕ ਕੀ ਕਰਦਾ ਸੀ, ਉਹ ਕੀਮਤ ਦੇ ਕੇ ਆਪਣਾ ਪੱਟਾ ਕਿਹਦੇ ਗਲੇ 'ਚ ਪਾ ਦਿੰਦਾ ਸੀ? ਜਿਹੜਾ ਬੰਦਾ ਉਸਨੇ ਖਰੀਦਿਆ। ਐਵੇਂ ਗੁਲਾਮ ਸੀ। ਸੋ ਇਸੇ ਤਰ੍ਹਾਂ ਤੁਸੀਂ ਔਰ ਮੈਂ, ਅਸੀਂ ਸਭ ਯੀਸ਼ੂ ਮਸੀਹ ਵਿੱਚ ਆਉਣ ਤੋਂ ਪਹਿਲੇ ਕਿਹਦੇ ਗੁਲਾਮ ਆ? ਰੋਮੀਓ ਦੀ ਪੱਤਰੀ ਕਹਿੰਦੀ ਸੀ ਕਿਹਦੇ ਗੁਲਾਮ ਸੀ ਅਸੀਂ? ਪਾਪ ਦੇ ਗੁਲਾਮ। ਕਿਹਦੇ ਸੀ? ਪਾਪ ਦੇ ਗੁਲਾਮ। ਸ਼ੈਤਾਨ ਦਾ ਠੱਪਾ ਸਾਡੇ ਤੇ ਲੱਗਿਆ ਸੀ। ਝੂਠ ਦਾ ਪਿਤਾ, ਜਿਹੜਾ ਝੂਠ ਬੋਲਣ ਵਾਲਾ ਸ਼ੈਤਾਨ ਹੈ, ਉਹ ਸਾਡਾ ਪਿਤਾ ਸੀ। ਪਾਪ ਦੀ ਸੰਤਾਨ ਸੀ ਅਸੀਂ। ਔਰ ਪਾਪ ਦਾ ਜਿਹੜਾ ਗੁਲਾਮੀ ਦਾ ਪੱਟਾ ਕਿੱਥੇ ਸੀ? ਲੇਕਿਨ ਜਦੋਂ ਯੀਸ਼ੂ ਮਸੀਹ ਆਇਆ ਦੁਨੀਆ 'ਚ, ਉਸਨੇ ਕੀ ਕੀਤਾ? ਸਾਡੇ ਪਾਪਾਂ, ਸਾਡੇ ਅਪਰਾਧਾਂ ਦੇ ਲਈ ਪ੍ਰਭੂ ਯੀਸ਼ੂ ਮਸੀਹ ਨੇ ਕੀ ਕੀਤਾ? ਉਹਨਾਂ ਨੇ ਆਪਣੀ ਜਾਨ ਦਿੱਤੀ। ਔਰ ਇਸ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਨੇ ਆਪਣਾ ਲਹੂ ਬਹਾ ਕੇ ਸਾਡਾ ਉਹ ਪੱਟਾ ਕੀ ਕੀਤਾ? ਗੁਲਾਮੀ ਦਾ ਪੱਟਾ ਕੀ ਕੀਤਾ? ਖੋਲ ਦਿੱਤਾ। ਇਸ ਕਰਕੇ ਹੁਣ ਅਸੀਂ ਕਿਹਦੀ ਸੰਤਾਨ ਆ? ਪਰਮੇਸ਼ਵਰ ਦੀਆਂ। ਔਰ ਅਸੀਂ ਕਿਹਦੀ ਜਾਇਦਾਦ ਆ? ਪਰਮੇਸ਼ਵਰ। ਇਸ ਕਰਕੇ ਜੋ ਕਲੀਸਿਆ ਹੈ ਉਹ ਕਿਹਦੀ ਸੰਪत्ति ਹੈ? ਹੁਣ ਕਿਹਦੀ ਜਾਇਦਾਦ ਹੈ? ਪਰਮੇਸ਼ਵਰ ਦੀ। ਕਿਉਂਕਿ ਪਰਮੇਸ਼ਵਰ ਦੇ ਪੁੱਤ ਨੇ ਇਸ ਨੂੰ ਕੀ ਕੀਤਾ ਹੈ? ਖਰੀਦਿਆ। ਪਹਿਲਾ ਕੁਰਿੰਥੀਓ 6 ਅਧਿਆਇ ਉਹਦਾ 19-20 ਵਚਨ ਪੜ੍ਹੀਏ। ਉਹਦੇ 'ਚ ਐਵੇਂ ਲਿਖਿਆ, क्या तुम नहीं जानते कि तुम्हारी देह पवित्र आत्मा का मंदिर है और जो तुम में बसा हुआ है और जो तुम्हें परमेश्वर की ओर से मिला है और तुम अपने नहीं हो। ठीक है, की बोलिया उन्हें? तुसी अपने आप दे नहीं हो, क्योंकि तुहानू परमेश्वर ने अपने आत्मा के द्वारा ਤੁਹਾਨੂੰ ਕੀ ਬਣਾ ਲਿਆ? ਆਪਣਾ ਹੈਕਲ ਬਣਾ ਲਿਆ। ਔਰ ਤੁਸੀਂ ਆਪਣੇ ਨਹੀਂ। ਫਿਰ 20 ਵਚਨ 'ਚ ਦੇਖੋ ਕੀ ਲਿਖਿਆ, ਅਸੀਂ ਕਿਉਂ ਆਪਣੇ ਨਹੀਂ? ਉਹਦੇ 'ਚ ਲਿਖਿਆ, ਕਿਉਂਕਿ ਦਾਮ ਦੇकर मोल लिए गए हो। ਕੀ ਕੀਤੇ ਗਏ ਅਸੀਂ? और ये मोल किसने चुकाया? रसूलों ने करता 20 अध्याय 28 वचन 'ਚ प्रभु यीशु मसीह ने अपने लहू के द्वारा हमें क्या कर लिया? मोल लिया है। फिर ਇਹਦੇ 'ਚ ਲਿਖਿਆ, अपनी देह के द्वारा परमेश्वर की क्या करो? महिमा करो। ਉੱਥੇ ਕੀ ਲਿਖਿਆ ਸੀ? ਪਤਰਸ ਵਿੱਚ ਕੀ ਪੜਿਆ ਸੀ ਅਸੀਂ? ਉਹ ਗੁਣ ਪ੍ਰਗਟ ਕਰੋ। ਇੱਥੇ ਕੀ ਲਿਖਿਆ? ਆਪਣੀ ਦੇਹ ਕੇ ਦੁਆਰਾ ਪਰਮੇਸ਼ਰ ਕੀ ਕਿਆ ਕਰੋ। ਜਦੋਂ ਅਸੀਂ ਆਪਣੇ ਆਪ ਦੇ ਨਹੀਂ ਆ ਨਾ, ਤਾਂ ਕਲੀਸਿਆ ਨੂੰ ਇਹ ਸਮਝਣਾ ਚਾਹੀਦਾ ਹੈ ਅਸੀਂ ਉਹ ਕੰਮ ਕਰੀਏ ਜਿਹੜੇ ਪਰਮੇਸ਼ਰ ਨੂੰ ਭਾਉਂਦੇ ਨੇ, ਕਿਉਂਕਿ ਅਸੀਂ ਕਿਸੇ ਹੋਰ ਦੀ ਜਾਇਦਾਦ ਹਾਂ। ਤੁਸੀਂ ਕਿਸੇ ਹੋਰ ਦਾ ਪੈਸਾ ਆਪਦੀ ਮਰਜ਼ੀ ਨਾਲ ਇਸਤੇਮਾਲ ਕਰ ਲੈਂਦੇ ਹੋ? ਕਰ ਲੈਂਦੇ ਆਪਾਂ? ਕਦੇ ਕਿਸੇ ਦਾ ਗਿਰਵੀ ਰੱਖਿਆ ਪੈਸਾ ਤੁਹਾਨੂੰ ਪਕੜਾ ਜਾਏ ਦੇਖਭਾਲ ਕਰਨ ਦੇ ਲਈ, ਅਸੀਂ ਕਰ ਲੈਂਦੇ ਆਪਦੀ ਮਰਜ਼ੀ ਨਾਲ ਇਸਤੇਮਾਲ? ਨਹੀਂ ਕਰ ਸਕਦੇ ਨਾ। ਇਸੇ ਤਰ੍ਹਾਂ ਪ੍ਰਭੂ ਕਹਿੰਦਾ ਕਿ ਤੁਸੀਂ ਆਪਣੇ ਨਹੀਂ ਹੋ, ਤੁਸੀਂ ਦਾਮ ਦੇकर ਮੁੱਲ ਦੇ ਕੇ ਕੀ ਕੀਤੇ ਗਏ ਹੋ? ਛੁਡਾਏ ਗਏ। ਸੋ ਪਿਆਰਿਓ, ਕਲੀਸਿਆ ਪਰਮੇਸ਼ਵਰ ਦਾ ਭੇਤ ਹੈ ਔਰ ਕਲੀਸਿਆ ਪਰਮੇਸ਼ਵਰ ਦੀ ਕੀ ਹੈ? ਸੰਪत्ति ਹੈ। ਇਹ ਸਭ ਤੁਸੀਂ ਜੋ ਹੋ ਨਾ, ਮੈਂ ਬਿਲਡਿੰਗ ਦੀ ਗੱਲ ਨਹੀਂ ਕਰਦਾ ਪਿਆ। ਤੁਸੀਂ ਚਰਚ ਦੀ ਗੱਲ ਕਿਤੇ ਸੋਚਦੇ ਹੋ ਵੀ ਜਿਹੜੇ ਚਰਚ ਅਸੀਂ ਬਣਾਵਾਂਗੇ ਨਾ, ਉਹ ਕਿਹਦੀ ਹੋਊਗੀ ਸੰਪत्ति? ਪਰਮੇਸ਼ਰ ਦੀ। ਉਹ ਨਹੀਂ ਹੈ, ਉਹ ਨਹੀਂ ਹੈ। ਇਹ ਜਿਹੜਾ ਚਰਚ ਹੈ, ਕਈ ਵਾਰ ਮੈਂ ਤੁਹਾਨੂੰ ਆਖਿਆ ਨਾ, ਰਿਚਰਡ ਦਾ ਨਹੀਂ ਹੈ, ਹੈ ਨਾ, ਕਿਸੇ ਦਾ ਨਹੀਂ। ਕਿਸ ਦਾ ਹੈ? ਪਰਮੇਸ਼ਰ। ਤੁਸੀਂ, ਤੁਹਾਨੂੰ ਪਰਮੇਸ਼ਰ ਨੇ ਖਰੀਦਿਆ, ਤੁਸੀਂ ਉਹਦੀ ਜਾਇਦਾਦ ਹੋ। ਸੋ ਇਸ ਕਰਕੇ ਆਪਣਾ ਧਿਆਨ ਰੱਖਣਾ। ਔਰ ਤੀਸਰਾ ਸੱਚ ਦੇ ਬਾਰੇ, ਕਲੀਸਿਆ ਪਰਮੇਸ਼ਵਰ ਦਾ ਗਿਆਨ ਹੈ। ਇਫੀਸੀਓ ਦੀ ਪੱਤਰੀ 3 ਅਧਿਆਇ 10 ਵਚਨ। इफिसियो 3:10 बस, ताकि अब कलीसिया के द्वारा परमेश्वर का विभिन्न प्रकार का ज्ञान उन प्रधानों और अधिकारियों पर जो स्वर्गीय स्थानों में है प्रकट किया जाए। ठीक है, 10 वचन 'ਚ ਕੀ ਲਿਖਿਆ? ਕਲੀਸਿਆ ਦੇ ਦੁਆਰਾ ਜਾਂ ਤੁਹਾਡੇ ਔਰ ਮੇਰੇ ਦੁਆਰਾ। 3:10 ਵਿੱਚ ਪੜ੍ਹਦੇ ਅਸੀਂ, ताकि अब कलीसिया के द्वारा प्रभु की करदा पिया ना, ਤੁਹਾਡੇ ਔਰ ਮੇਰੇ ਦੁਆਰਾ, ਕਲੀਸਿया ਦੇ ਦੁਆਰਾ परमेश्वर ਦਾ नाना प्रकार ਦਾ ਗਿਆਨ। ਕੀ? परमेश्वर ਦਾ ਕਿਹੜਾ? ਵੱਖਰਾ ਵੱਖਰਾ ਗਿਆਨ ਕੀ ਕਰਦਾ ਪਿਆ ਹੈ?
ਪ੍ਰਧਾਨਾਂ ਅਧਿਕਾਰੀਆਂ ਜੋ ਸਵਰਗੀ ਸਥਾਨਾਂ ਦੇ ਵਿੱਚ ਨੇ। ਇਹ ਸਵਰਗੀ ਸਥਾਨਾਂ ਦੇ ਵਿੱਚ ਕੌਣ ਹੈ? ਤੁਸੀਂ ਥੋੜਾ ਜਿਹਾ ਪੜ੍ਹਨਾ, ਇੱਕ ਆਇਤ ਥੋੜੀ ਜਿਹੀ ਪੜ੍ਹ ਕੇ ਦੇਖਣਾ, ਉਹਦੇ ਵਿੱਚ ਆਉਂਦਾ, ਬੜਾ ਸੋਹਣਾ ਲਿਖਿਆ ਹੈ। ਪਹਿਲਾ ਪਤਰਸ 1:12 ਪੜ੍ਹਨਾ, ਪਹਿਲਾ ਪਤਰਸ 1:12। ਇਹ ਸਵਰਗੀ ਸਥਾਨਾਂ ਵਿੱਚ ਕੌਣ ਹੈਗਾ ਜਿਹੜਾ ਪਰਮੇਸ਼ਵਰ ਦੇ ਉਸ ਗਿਆਨ ਨੂੰ ਦੇਖੇਗਾ ਜਾਂ ਦੇਖਦਾ ਤੇ ਬੜਾ ਖੁਸ਼ ਹੁੰਦਾ ਹੈ? ਪਹਿਲਾ ਪਤਰਸ 1:12 ਕੱਢ ਕੇ पढ़ो। उन पर यह प्रकट किया गया कि वे अपनी नहीं वरन तुम्हारी सेवा के लिए ये बातें कहा करते थे। हाँ जी। जिनका समाचार अब तुम्हें उनके द्वारा मिला जिन्होंने पवित्र आत्मा के द्वारा जो स्वर्ग से भेजा गया तुम्हें सुसमाचार सुनाया। और इन बातों को जो स्वर्गदूत भी ध्यान से देखने की लालसा। हाँ, स्वर्गीय स्थान ਵਿੱਚ ਕੌਣ ਦੇਖਦਾ ਪਿਆ ਹੈ? ਲਾਸਟ ਲਾਈਨ ਕੀ ਆ ਗਈ? ਕਿਹਦੀ ਇੱਛਾ ਹੈ ਕਿ ਉਹ ਕਲੀਸਿਆ ਦੇ ਵਿੱਚ ਪਰਮੇਸ਼ਵਰ ਦਾ ਗਿਆਨ ਦੇਖਣ? ਕਿਹਦੀ ਇੱਛਾ ਹੈ? ਸਵਰਗਦੂਤਾਂ ਦੀ ਇੱਛਾ ਹੈ। ਇਹ ਪਰਮੇਸ਼ਵਰ ਦਾ ਗਿਆਨ ਸਵਰਗਦੂਤਾਂ ਕੋਲ ਨਹੀਂ ਹੈ, ਇਹ ਕਲੀਸਿਆ ਦਾ ਗਿਆਨ ਸਵਰਗਦੂਤਾਂ ਕੋਲ ਨਹੀਂ ਹੈ। ਕਲੀਸਿਆ ਦੇ ਵਿੱਚ ਪਰਮੇਸ਼ਵਰ ਦੀ ਆਰਾਧਨਾ ਜਦੋਂ ਕਰਦੇ ਹੋਏ ਤੁਹਾਨੂੰ ਦੇਖਦੇ ਨੇ, ਉਹ ਜਦੋਂ ਤੁਹਾਨੂੰ ਪਰਮੇਸ਼ਵਰ ਦੇ ਨਾਲ ਦੁਨੀਆ ਵਿੱਚ ਚੱਲਦੇ ਹੋਏ ਵੇਖਦੇ ਨੇ, ਕਲੀਸਿਆ ਇਕੱਠੀ ਹੁੰਦੀ ਹੈ, ਪਿਆਰ ਮੁਹੱਬਤ ਦੇਖਦੇ ਨੇ, ਸੰਗਤ ਵੇਖਦੇ ਨੇ, ਆਪਸ ਵਿੱਚ ਮੇਲ ਮਿਲਾਪ ਦੇਖਦੇ ਨੇ। ਕਲੀਸਿਆ ਦੇ ਦੁਆਰਾ ਪਰਮੇਸ਼ਵਰ ਕਿਹਨਾਂ ਨੂੰ ਸਿਖਾਈ ਜਾਂਦਾ ਹੈ? ਕਿਹਨਾਂ ਨੂੰ ਸਿਖਾ ਰਿਹਾ ਹੈ? ਸਵਰਗਦੂਤਾਂ ਨੂੰ ਸਿਖਾ ਰਿਹਾ ਹੈ। ਉਹਨਾਂ ਕੋਲੇ ਗਿਆਨ ਨਹੀਂ ਹੈ, ਲੇਕਿਨ ਉਹ ਪਰਮੇਸ਼ਵਰ ਦਾ ਵੱਖਰਾ ਵੱਖਰਾ ਗਿਆਨ ਕਿਹਦੇ ਦੁਆਰਾ ਸਿੱਖਦੇ ਪਏ ਨੇ? ਕਲੀਸਿਆ ਦੇ ਦੁਆਰਾ। ਸੋਚੋ ਸਾਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਪ੍ਰਭੂ ਦੇ ਵਿੱਚ। ਕਲੀਸਿਆ ਜਦੋਂ ਇਕੱਠੀ ਹੁੰਦੀ ਹੈ, ਕਲੀਸਿਆ ਜਦੋਂ ਮਿਲਦੀ ਹੈ, ਆਪਸ ਵਿੱਚ ਸੰਗਤ ਕਰਦੀ ਹੈ, ਆਰਾਧਨਾ ਕਰਦੀ ਹੈ, ਉਦੋਂ ਸਾਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ? ਕਿਉਂਕਿ ਸਾਨੂੰ ਕੌਣ ਵੇਖਦੇ ਪਏ ਨੇ ਔਰ ਉਹ ਸਾਡੇ ਤੋਂ ਕੀ ਸਿੱਖਦੇ ਪਏ ਨੇ? ਪਰਮੇਸ਼ਵਰ ਦਾ ਗਿਆਨ ਸਿੱਖ ਰਹੇ ਹੈ ਕਿ ਤੁਹਾਡੇ ਬੈਠਣ ਨਾਲ, ਤੁਹਾਡੇ ਉੱਠਣ ਨਾਲ, ਤੁਹਾਡੇ ਆਪਸ ਵਿੱਚ ਮਿਲਣ ਨਾਲ, ਆਰਾਧਨਾ ਕਰਨ ਨਾਲ ਕੀ ਉਹਨਾਂ ਤੱਕ ਪਰਮੇਸ਼ਵਰ ਦਾ ਗਿਆਨ ਜਾ ਰਿਹਾ ਹੈ? ਸੋ ਇਹ ਤਿੰਨ ਸੱਚ, ਕਲੀਸਿਆ ਪਰਮੇਸ਼ਵਰ ਦਾ ਕੀ ਹੈ? ਭੇਤ ਸੀ ਜਿਹੜਾ ਹੁਣ ਪ੍ਰਗਟ ਹੋ ਗਿਆ। ਕਲੀਸਿਆ ਪਰਮੇਸ਼ਵਰ ਦੀ ਜਾਇਦਾਦ ਹੈ ਕਿਉਂਕਿ ਇਹ ਮੁੱਲ ਲੈ ਕੇ ਖਰੀਦੀ ਗਈ ਹੈ। ਔਰ ਕਲੀਸਿਆ ਪਰਮੇਸ਼ਵਰ ਦਾ ਕੀ ਹੈ? ਗਿਆਨ ਹੈ। ਪਰਮੇਸ਼ਵਰ ਦਾ ਗਿਆਨ, ਨਾਨਾ ਪ੍ਰਕਾਰ ਦਾ ਗਿਆਨ, ਵੱਖਰਾ ਵੱਖਰਾ ਗਿਆਨ ਪ੍ਰਭੂ ਦੀ ਕਲੀਸਿਆ ਦੇ ਦੁਆਰਾ ਕੀ ਕਰ ਰਿਹਾ? ਲੋਕਾਂ ਨੂੰ ਵੀ ਪ੍ਰਗਟ ਹੋ ਰਿਹਾ, ਸਵਰਗਦੂਤਾਂ ਨੂੰ ਵੀ ਕੀ ਹੋ ਰਿਹਾ? ਪ੍ਰਗਟ ਹੋ ਰਿਹਾ। ਦੁਨੀਆ ਦੇ ਵਿੱਚ ਪਰਮੇਸ਼ਵਰ ਆਪਣੇ ਆਪ ਨੂੰ ਕਿਹਦੇ ਦੁਆਰਾ ਪ੍ਰਗਟ ਕਰ ਰਿਹਾ? ਕਲੀਸਿਆ ਦੇ ਦੁਆਰਾ ਪ੍ਰਗਟ ਕਰ ਰਿਹਾ। ਇਸੇ ਕਰਕੇ ਸਭ ਤੋਂ ਜ਼ਿਆਦਾ ਵਿਰੋਧ ਕਿਹਦਾ ਹੋ ਰਿਹਾ? ਕਲੀਸਿਆਵਾਂ ਦਾ ਹੋ ਰਿਹਾ। ਕਲੀਸਿਆਵਾਂ ਸਤਾਈਆਂ ਜਾ ਰਹੀਆਂ, ਮਾਰਿਆ ਜਾ ਰਿਹਾ, ਸਭ ਕੀ ਹੋ ਰਿਹਾ? ਕਲੀਸਿਆਵਾਂ ਨੂੰ ਕਿਉਂ ਬੰਦ ਕਰਨ ਨੂੰ ਤਿਆਰ ਨੇ? ਕਿਉਂਕਿ ਪਰਮੇਸ਼ਵਰ ਦਾ ਨਾਨਾ ਪ੍ਰਕਾਰ ਦਾ ਗਿਆਨ ਕਿੱਥੇ ਪ੍ਰਗਟ ਹੋ ਰਿਹਾ ਹੈ? ਦੁਨੀਆ ਵਿੱਚ ਪ੍ਰਗਟ ਹੋ ਰਿਹਾ ਹੈ। ਸੋ ਇਸ ਕਰਕੇ ਅਸੀਂ ਕਲੀਸਿਆ ਨੂੰ ਆਦਰ ਕਰੀਏ, ਕਲੀਸਿਆ ਦੀ ਛਵੀ ਨੂੰ ਆਪਣੇ ਦਿਮਾਗ ਵਿੱਚ ਸਹੀ ਕਰੋ, ਆਪਣੇ ਦਿਲ ਵਿੱਚ ਸਹੀ ਕਰੋ। ਔਰ ਜਦੋਂ ਤੁਸੀਂ ਪਰਮੇਸ਼ਵਰ ਦੇ ਗਿਆਨ ਨੂੰ ਪ੍ਰਗਟ ਕਰਨ ਵਾਲੇ ਲੋਕ ਹੋ, ਅਸੀਂ ਸਭ ਲੋਕਾਂ, ਤਾਂ ਸਾਡਾ ਚਾਲ ਚਲਨ ਕਲੀਸਿਆ ਦੇ ਅੰਦਰ ਬੈਠਣਾ ਉੱਠਣਾ ਕਿੱਦਾਂ ਦਾ ਹੋਣਾ ਚਾਹੀਦਾ, ਇਹ ਵੀ ਅਸੀਂ ਖਿਆਲ ਰੱਖੀਏ। ਸੋ ਪ੍ਰਭੂ ਇਸ ਵਚਨ ਨਾਲ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇ। ਆਓ ਅਸੀਂ ਪਰਮੇਸ਼ਵਰ ਦੀ ਕਲੀਸਿਆ ਦੀ ਆਤਮਿਕ ਉન્નਤੀ ਵਾਸਤੇ ਅਸੀਂ ਸਭ ਇੱਕ ਦੂਸਰੇ ਮਿਲ ਕੇ ਪ੍ਰਭੂ ਵਿੱਚ ਅੱਗੇ ਵਧੀਏ। ਉਹਦੇ ਨਾਮ ਦੀ ਮਹਿਮਾ ਹੋਵੇ।